सत श्री अकाल। ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਵੇਕ ਸ਼ਰਮਾ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ। ਨਿਊ ਸਾਊਥ ਵੇਲਜ਼ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਮਿਲਣ ਦਾ ਮੁੱਦਾ ਭਖਿਆ। ਵਿਰੋਧੀ ਧਿਰ ਨੇ ਅਲਬਾਨੀਜ਼ ਸਰਕਾਰ ਨੂੰ ਘੇਰਿਆ। ਅਲਬਾਨੀਜ਼ ਨੇ ਕਿਹਾ ਮਾਮਲੇ ਦੀ ਜਾਂਚ ਜਾਰੀ। AI ਬੇਸਡ ਚੀਨੀ ਚੈਟਬੋਟ ਡੀਪ ਸੀਕ ਨੂੰ ਲੈ ਕੇ ਚੇਤਾਵਨੀ ਜਾਰੀ। ਆਸਟ੍ਰੇਲੀਆ ਦੇ ਵਿਗਿਆਨ ਮੰਤਰੀ ਐਡ ਹਿਊਸਿਕ ਨੇ ਚੁੱਕੇ ਸਵਾਲ। ਕਿਹਾ ਡੀਪ ਸੀਕ ਤਕਨੀਕੀ ਉਦਯੋਗ ਵਿੱਚ ਪੈਦਾ ਕਰ ਰਿਹਾ ਗੜਬੜੀ। मौसम की मार नाल सताए आस्ट्रेलिया के लोग। उत्तरी क्वीनलैंड में 1 मीटर तक पिया मीह। कुछ इलाकों में बनी हड़ वाली स्थिति। अगले 2 दिनों तक भारी मीह की संभावना। तो हुण इन्हां खबरों का विस्तार। न्यू साउथ वेल्स में भारी मात्रा में विस्फोटक मिलन का मुद्दा हुण तूल फड़दा जा रहा है। विरोधी धिर वालों इस मुद्दे ते अल्बानीज़ सरकार नूं घेरिया जा रहा है। दूजे पासे प्रधानमंत्री अल्बानीज़ ने किसी भी सवाल का यह कह के जवाब देने तो इनकार किया है कि इस मामले की जांच जारी है। जेकर कुछ कहा गया तो जांच प्रभावित हो सकती है। ਆਸਟ੍ਰੇਲੀਆ ਵਿੱਚ ਬੀਤੇ ਲੰਮੇ ਸਮੇਂ ਤੋਂ ਯਹੂਦੀ ਭਾਈਚਾਰੇ ਦੇ ਲੋਕਾਂ ਤੇ ਹੋ ਰਹੇ ਹਮਲਿਆਂ ਕਾਰਨ ਐਂਥਨੀ ਅਲਬਾਨੀਜ਼ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹੈ। ਕਰੀਬ 10 ਦਿਨ ਪਹਿਲਾਂ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਮਿਲਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਨੇ। ਹੁਣ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯਹੂਦੀ ਵਿਰੋਧੀ ਹਮਲਿਆਂ ਤੇ ਸਿਆਸੀਕਰਨ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਹਮਲਿਆਂ ਬਾਰੇ ਜਾਂਚ ਪਹਿਲਾਂ ਹੀ ਜਾਰੀ ਹੈ। ਜਦੋਂ ਉਹਨਾਂ ਤੋਂ ਵਿਸਫੋਟਕ ਬਰਾਮਦ ਹੋਣ ਦੀ ਜਾਣਕਾਰੀ ਦੇਰੀ ਨਾਲ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰਾਂ ਵੱਲੋਂ ਵਾਰ-ਵਾਰ ਸਵਾਲ ਪੁੱਛੇ ਜਾਣ ਤੇ ਵੀ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਸਹੀ ਪ੍ਰੋਟੋਕਾਲ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਸੰਚਾਲਨ ਮਾਮਲਿਆਂ ਬਾਰੇ ਗੱਲ ਨਾ ਕਰੀਏ। ਉਹਨਾਂ ਕਿਹਾ ਕਿ ਮੈਂ ਕੱਲ ਇਸ ਤੇ ਗੱਲ ਕੀਤੀ ਸੀ। ਇਹਨਾਂ ਦੇ ਵੇਰਵਿਆਂ ਵਿੱਚ ਜਾਣਾ ਅਤੇ ਚੱਲ ਰਹੀ ਜਾਂਚ ਨੂੰ ਕਮਜ਼ੋਰ ਕਰਨਾ ਮੇਰਾ ਇਰਾਦਾ ਨਹੀਂ ਹੈ। ਫਿਲਹਾਲ ਮੈਂ ਇਸ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰਨੀ। ਜਦੋਂ ਉਹਨਾਂ ਨੂੰ ਜਾਂਚ ਬਾਰੇ ਪੁੱਛਿਆ ਗਿਆ ਤਾਂ ਵੀ ਉਹਨਾਂ ਨੇ ਇਹੀ ਜਵਾਬ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨ ਨਿਊ ਸਾਊਥ ਵੇਲਜ਼ ਪੁਲਿਸ ਅਤੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਵਿਸਫੋਟਕਾਂ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿੱਚ ਉਹਨਾਂ ਇਸ ਵਿਸਫੋਟਕ ਦਾ ਇਸਤੇਮਾਲ ਯਹੂਦੀ ਭਾਈਚਾਰੇ ਤੇ ਹਮਲੇ ਲਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਨਿਊ ਸਾਊਥ ਵੇਲਜ਼ ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ 19 ਜਨਵਰੀ ਨੂੰ ਸਿਡਨੀ ਦੇ ਉੱਤਰ ਵਿੱਚ ਡਰਾਲ ਵਿੱਚ ਡੇਰੀਵੋਂਗ ਰੋਡ ਤੋਂ ਹੋਈ ਹੈ। ਇੱਕ ਇਮਾਰਤ ਚੋਂ ਪਾਵਰ ਜੈਲ ਵਿਸਫੋਟਕ ਮਿਲਿਆ ਸੀ, ਜਿਸ ਨੂੰ ਪੁਲਿਸ ਦਾ ਮੰਨਣਾ ਹੈ ਕਿ ਸ਼ਾਇਦ ਮਾਈਨਿੰਗ ਸਾਈਟ ਤੋਂ ਇਸ ਨੂੰ ਲਿਆਂਦਾ ਗਿਆ ਸੀ। 100 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਨੇ। ਹੁਣ ਇਸ ਮਾਮਲੇ ਦੀ ਜਾਣਕਾਰੀ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਨਹੀਂ ਹੋਣ ਜਾਂ ਦੇਰੀ ਨਾਲ ਦਿੱਤੇ ਜਾਣ ਦੇ ਮੁੱਦੇ ਤੇ ਵਿਰੋਧੀ ਧਿਰ ਨੇ ਵੀ ਹੈਰਾਨੀ ਜਤਾਈ ਹੈ। ਦਰਅਸਲ ਵਿਸਫੋਟਕਾਂ ਦੀ ਖੋਜ ਦੇ 2 ਦਿਨ ਬਾਅਦ 21 ਜਨਵਰੀ ਨੂੰ ਅਲਬਾਨੀਜ਼ ਨੇ ਵੱਧ ਰਹੇ ਸਾਮੀ ਵਿਰੋਧੀ ਹਮਲਿਆਂ ਤੇ ਇੱਕ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਸੀ, ਪਰ ਮੀਟਿੰਗ ਦੌਰਾਨ ਵਿਸਫੋਟਕਾਂ ਦੀ ਬਰਾਮਦਗੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਗੱਠਜੋੜ ਅਤੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵਾਰ-ਵਾਰ ਯਹੂਦੀ ਭਾਈਚਾਰੇ ਦੇ ਲੋਕਾਂ ਤੇ ਹੋ ਰਹੇ ਹਮਲਿਆਂ ਵਿੱਚ ਵਾਧੇ ਲਈ ਅਲਬਾਨੀਜ਼ ਦੇ ਜਵਾਬ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮੰਤਰੀ ਮੰਡਲ ਨੂੰ ਵਿਸਫੋਟਕਾਂ ਦੀ ਖੋਜ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਬਿਹਤਰ ਹੋਵੇਗਾ ਕਿ ਸਰਕਾਰ ਇਸ ਬਾਰੇ ਆਪਣਾ ਸਪਸ਼ਟੀਕਰਨ ਦੇਵੇ। ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਚੀਨੀ ਚੈਟਬੋਟ ਡੀਪ ਸੀਕ ਇਨ੍ਹਾਂ ਦਿਨੀ ਚਰਚਾ ਵਿੱਚ ਬਣਿਆ ਹੋਇਆ ਹੈ। ਆਸਟ੍ਰੇਲੀਆ ਦੇ ਵਿਗਿਆਨ ਮੰਤਰੀ ਐਡ ਹਿਊਸਿਕ ਨੇ ਡੀਪ ਸੀਕ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਚੈਟਬੋਟ ਡੀਪ ਸੀਕ ਬਾਜ਼ਾਰਾਂ ਅਤੇ ਤਕਨੀਕੀ ਉਦਯੋਗ ਵਿੱਚ ਗੜਬੜ ਪੈਦਾ ਕਰ ਰਿਹਾ ਹੈ। ਲੋਕਾਂ ਨੂੰ ਇਸ ਦੇ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਚੀਨੀ ਚੈਟਬੋਟ ਡੀਪ ਸੀਕ ਨੂੰ ਲੈ ਕੇ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਆਸਟ੍ਰੇਲੀਆ ਦੇ ਵਿਗਿਆਨ ਮੰਤਰੀ ਐਡ ਹਿਊਸਿਕ ਡੀਪ ਸੀਕ ਬਾਰੇ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਚੁੱਕਣ ਵਾਲੇ ਪੱਛਮੀ ਸਰਕਾਰ ਦੇ ਪਹਿਲੇ ਮੈਂਬਰ ਬਣ ਗਏ ਨੇ। ਉਨ੍ਹਾਂ ਕਿਹਾ ਕਿ ਚੀਨੀ ਚੈਟਬੋਟ ਡੀਪ ਸੀਕ ਬਾਜ਼ਾਰਾਂ ਅਤੇ ਤਕਨੀਕੀ ਉਦਯੋਗ ਵਿੱਚ ਗੜਬੜ ਪੈਦਾ ਕਰ ਰਿਹਾ ਹੈ। ਚੀਨ ਦੀ ਟੈਕਨੋਲੋਜੀ ਤੇ ਪਹਿਲਾਂ ਵੀ ਵਿਵਾਦ ਖੜਾ ਹੁੰਦਾ ਰਿਹਾ ਹੈ। ਹੁਆਵੇ ਤੋਂ ਲੈ ਕੇ ਟਿਕਟੌਕ ਤੱਕ ਕਈ ਤਕਨੀਕੀ ਫਰਮਾਂ ਤੇ ਵਾਰ-ਵਾਰ ਦੋਸ਼ ਲੱਗਦੇ ਰਹੇ ਨੇ ਕਿ ਉਹ ਚੀਨੀ ਰਾਜ ਨਾਲ ਜੁੜੀਆਂ ਹੋਈਆਂ ਨੇ। ਇਹ ਮੁੱਦਾ ਕਈ ਦੇਸ਼ਾਂ ਵੱਲੋਂ ਚੁੱਕਿਆ ਜਾ ਚੁੱਕਾ ਹੈ। ਹਰ ਪਾਸੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਆਖੀ ਜਾਂਦੀ ਹੈ ਕਿ ਚੀਨੀ ਕੰਪਨੀਆਂ ਇਸ ਨਾਲ ਲੋਕਾਂ ਦੇ ਡਾਟਾ ਨੂੰ ਖੁਫੀਆ ਉਦੇਸ਼ਾਂ ਲਈ ਇਕੱਠਾ ਕਰ ਰਹੀਆਂ ਨੇ। ਇਸ ਦੇ ਚੱਲਦਿਆਂ ਟਿਕਟੌਕ ਨੂੰ ਅਮਰੀਕਾ, ਆਸਟ੍ਰੇਲੀਆ, ਭਾਰਤ, ਕੈਨੇਡਾ, ਫਰਾਂਸ ਸਮੇਤ 20 ਤੋਂ ਵੱਧ ਦੇਸ਼ਾਂ ਨੇ ਬੈਨ ਕੀਤਾ ਹੋਇਆ ਹੈ। ਡੀਪ ਸੀਕ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਡੀਪ ਸੀਕ ਅਮਰੀਕਾ ਲਈ ਵੇਕ ਅਪ ਕਾਲ ਹੈ। ਪਰ ਟਰੰਪ ਨੇ ਇਹ ਨਹੀਂ ਕਿਹਾ ਸੀ ਕਿ ਇਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ, ਪਰ ਇੰਨਾ ਜ਼ਰੂਰ ਕਿਹਾ ਕਿ ਜੇਕਰ ਇਹ ਲਾਗਤਾਂ ਨੂੰ ਘਟਾਏ ਤਾਂ ਇਹ ਇੱਕ ਚੰਗੀ ਗੱਲ ਹੋ ਸਕਦੀ ਹੈ। ਉਧਰ ਵਿਗਿਆਨ ਮੰਤਰੀ ਐਡ ਹਿਊਸਿਕ ਨੇ ਕਿਹਾ ਕਿ ਡੇਟਾ ਅਤੇ ਗੋਪਨੀਯਤਾ ਪ੍ਰਬੰਧਨ ਸਮੇਤ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਬੇਹੱਦ ਸਾਵਧਾਨ ਰਹਾਂਗਾ। ਇਸ ਕਿਸਮ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਬਿਆਨ ਉਸ ਸਮੇਂ ਆਏ ਨੇ ਜਦੋਂ ਡੀਪਸੀਕ ਬੜੀ ਤੇਜ਼ੀ ਨਾਲ ਵੱਖ-ਵੱਖ ਮੁਲਕਾਂ ਵਿੱਚ ਆਪਣੀ ਪੈਠ ਬਣਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਡੀਪਸੀਕ ਕਈ ਦੇਸ਼ਾਂ ਵਿੱਚ ਐਪ ਸਟੋਰਾਂ ਤੇ ਸਿਖਰ ਤੇ ਚੱਲ ਰਿਹਾ ਹੈ। ਇਸ ਬਾਰੇ ਮਾਰਕੀਟ ਵਿਸ਼ਲੇਸ਼ਕ ਸੈਂਸਰ ਟਾਵਰ ਦਾ ਕਹਿਣਾ ਹੈ ਕਿ ਇਸ ਨੂੰ ਲਾਂਚ ਕਰਨ ਤੋਂ ਬਾਅਦ 3 ਮਿਲੀਅਨ ਡਾਊਨਲੋਡਸ ਹੋ ਚੁੱਕੇ ਨੇ। ਇਹਨਾਂ ਵਿੱਚੋਂ 80% ਤਾਂ ਪਿਛਲੇ ਹਫ਼ਤੇ ਵਿੱਚ ਆਏ ਨੇ। ਮਤਲਬ ਕਿ ਇਸ ਨੂੰ ਇਸ ਦੇ ਮੁਕਾਬਲੇ ਵਾਲੀ ਐਪ ਪਰਪਲੈਕਸਿਟੀ ਤੋਂ 3 ਗੁਣਾ ਵੱਧ ਡਾਊਨਲੋਡ ਕੀਤਾ ਗਿਆ ਹੈ। ਉਧਰ ਅਮਰੀਕਾ ਵਿੱਚ ਵੀ ਚੀਨੀ ਚੈਟਬੋਟ ਡੀਪਸੀਕ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਮੁਤਾਬਕ ਇਸ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਤੇ ਸਵਾਲ ਖੜੇ ਹੋ ਸਕਦੇ ਨੇ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰੀ ਸੁਰੱਖਿਆ ਪਰਿਸ਼ਦ ਨਾਲ ਗੱਲ ਕੀਤੀ ਹੈ। ਫਿਲਹਾਲ ਉਹ ਇਹ ਦੇਖ ਰਹੇ ਨੇ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਤੇ ਕੀ ਕੁਝ ਪ੍ਰਭਾਵ ਹੋ ਸਕਦੇ ਨੇ। ਖਬਰ ਇਹ ਵੀ ਹੈ ਕਿ ਯੂਐਸ ਨੇਵੀ ਨੇ ਕਥਿਤ ਤੌਰ ਤੇ ਸੰਭਾਵੀ ਸੁਰੱਖਿਆ ਅਤੇ ਨੈਤਿਕ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਮੈਂਬਰਾਂ ਨੂੰ ਡੀਪਸੀਕ ਦੇ ਐਪਸ ਦੀ ਵਰਤੋਂ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਹੁਣ ਜਾਣੋ ਚੀਨੀ ਚੈਟਬੋਟ ਡੀਪਸੀਕ ਕਿਹੜਾ ਡਾਟਾ ਇਕੱਠਾ ਕਰਦਾ ਹੈ। ਡੀਪਸੀਕ ਦੀ ਆਪਣੀ ਗੋਪਨੀਯਤਾ ਨੀਤੀ ਦੇ ਅਨੁਸਾਰ ਇਹ ਉਪਭੋਗਤਾਵਾਂ ਤੋਂ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਦੀ ਵੱਡੀ ਮਾਤਰਾ ਨੂੰ ਇਕੱਠਾ ਕਰਦਾ ਹੈ, ਜਿਸ ਨੂੰ ਫਿਰ ਚੀਨ ਵਿੱਚ ਸੁਰੱਖਿਅਤ ਸਰਵਰਾਂ ਵਿੱਚ ਸਟੋਰ ਕੀਤਾ ਜਾਂਦਾ ਹੈ। ਇਸ ਵਿੱਚ ਤੁਹਾਡਾ ਈਮੇਲ ਪਤਾ, ਫੋਨ ਨੰਬਰ, ਜਨਮ ਮਿਤੀ ਸ਼ਾਮਲ ਹੋ ਸਕਦੇ ਨੇ। ਇਹ ਸਭ ਖਾਤਾ ਬਣਾਉਣ ਵੇਲੇ ਹੀ ਦਰਜ ਕੀਤਾ ਜਾਂਦਾ ਹੈ। ਤੁਹਾਡੇ ਫੋਨ ਦੇ ਮਾਡਲ, ਆਪਰੇਟਿੰਗ ਸਿਸਟਮ ਤੋਂ ਲੈ ਕੇ ਤੁਹਾਡੇ ਆਈਪੀ ਪਤੇ ਅਤੇ ਕੀਸਟ੍ਰੋਕ ਪੈਟਰਨ ਤੱਕ ਦੀ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਕਈ ਦੇਸ਼ ਚੀਨੀ ਤਕਨੀਕੀ ਕੰਪਨੀਆਂ ਨੂੰ ਘੇਰਦੇ ਰਹੇ ਨੇ। ਟਿਕਟੌਕ ਵਾਂਗ ਕੁਝ ਹੋਰ ਐਪਸ ਨੂੰ ਵੀ ਬੈਨ ਕਰ ਚੁੱਕੇ ਨੇ। ਫਿਲਹਾਲ ਚੀਨੀ ਚੈਟਬੋਟ ਡੀਪਸੀਕ ਇਹਨਾਂ ਦਿਨੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਪਰਫਾਰਮੈਂਸ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ ਤਾਂ ਇਸ ਨੇ ਚੈਟ ਜੀਪੀਟੀ ਨੂੰ ਟੱਕਰ ਦੇ ਦਿੱਤੀ ਹੈ। ਭਾਰਤੀ ਅਦਾਲਤ ਨੇ ਇੱਕ ਪਤੀ ਪਤਨੀ ਨੂੰ ਸਜ਼ਾ ਸੁਣਾਈ ਹੈ। ਦੋਹਾਂ ਤੇ ਆਪਣੀ ਧੀ ਦੀ ਸਹੀ ਦੇਖਭਾਲ ਨਾ ਕਰਨ ਦੇ ਇਲਜ਼ਾਮ ਸੀ। ਅਦਾਲਤ ਨੇ ਇਹਨਾਂ ਇਲਜ਼ਾਮਾਂ ਨੂੰ ਸਹੀ ਪਾਇਆ, ਜਿਸ ਤੋਂ ਬਾਅਦ ਅਦਾਲਤ ਨੇ ਸਖਤ ਫੈਸਲਾ ਦਿੱਤਾ ਹੈ। ਅਦਾਲਤ ਨੇ ਲੜਕੀ ਦੇ ਪਿਓ ਨੂੰ 6.5 ਸਾਲ ਦੀ ਕੈਦ ਜਦੋਂ ਕਿ ਮਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਪਰਥ ਤੋਂ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਇੱਕ ਪਤੀ ਪਤਨੀ ਨੂੰ ਇਸ ਲਈ ਸਜ਼ਾ ਸੁਣਾਈ ਹੈ ਕਿਉਂਕਿ ਉਹ ਆਪਣੀ ਇਕਲੌਤੀ ਧੀ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕਰ ਸਕੇ। ਅਦਾਲਤ ਨੇ ਲੜਕੀ ਦੇ ਪਿਓ ਨੂੰ 6.5 ਸਾਲ ਦੀ ਕੈਦ ਜਦੋਂ ਕਿ ਮਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਦਰਅਸਲ ਮਾਮਲਾ ਬੱਚੀ ਦੀ ਸਿਹਤ ਨਾਲ ਸੰਬੰਧਿਤ ਸੀ। ਮਾਪਿਆਂ ਤੇ ਦੋਸ਼ ਸੀ ਕਿ ਉਹਨਾਂ ਨੇ ਆਪਣੀ ਇਕਲੌਤੀ ਸੰਤਾਨ ਆਪਣੀ ਧੀ ਦੀ ਸਹੀ ਦੇਖਭਾਲ ਨਹੀਂ ਕੀਤੀ। ਬੱਚੀ ਨੂੰ ਰੋਜ਼ਾਨਾ ਭੁੱਖਾ ਰੱਖਿਆ ਜਾਂਦਾ ਸੀ। ਕੁਪੋਸ਼ਣ ਕਾਰਨ ਉਸ ਦਾ ਵਜ਼ਨ ਬੇਹੱਦ ਘਟ ਗਿਆ ਤੇ ਉਹ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝਦੀ ਰਹੀ। ਅਦਾਲਤ ਨੇ ਕਿਹਾ ਕਿ ਇਹ ਬੱਚੀ ਹੁਣ 20 ਸਾਲ ਦੀ ਹੋ ਚੁੱਕੀ ਹੈ। ਜੇਕਰ ਮਾਪੇ ਇਸ ਦੀ ਸਹੀ ਪਰਵਰਿਸ਼ ਕਰਦੇ ਤਾਂ ਅੱਜ ਇਹ ਸ਼ਾਇਦ ਕੋਈ ਵੱਡਾ ਮੁਕਾਮ ਹਾਸਲ ਕਰ ਲੈਂਦੀ। ਜੱਜ ਲਿੰਡਾ ਬਲੈਕਸ ਨੇ ਮੰਨਿਆ ਕਿ ਮਾਪਿਆਂ ਨੂੰ ਨਾ ਤਾਂ ਆਪਣੇ ਕੀਤੇ ਤੇ ਪਛਤਾਵਾ ਸੀ, ਨਾ ਹੀ ਉਹਨਾਂ ਨੇ ਆਪਣੀ ਗਲਤੀ ਮੰਨੀ, ਜਦੋਂ ਕਿ ਉਸ ਸਮੇਂ ਡਾਕਟਰਾਂ ਨੇ ਵੀ ਕਿਹਾ ਸੀ ਕਿ ਬੱਚੀ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਕਈ ਬਿਮਾਰੀਆਂ ਨਾਲ ਜੂਝਦੀ ਰਹੀ। ਸਜ਼ਾ ਸੁਣਾਉਂਦੇ ਹੋਏ ਜੱਜ ਲਿੰਡਾ ਬਲੈਕ ਨੇ ਮਾਪਿਆਂ ਦੀ ਤਿੱਖੀ ਆਲੋਚਨਾ ਕੀਤੀ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਜਾਣਬੁੱਝ ਕੇ ਆਪਣੇ ਬੱਚੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਜੋ ਕਿ ਬਿਲਕੁਲ ਸਮਝ ਤੋਂ ਬਾਹਰ ਸੀ। ਜੱਜ ਬਲੈਕ ਨੇ ਲੜਕੀ ਦੇ ਪਿਓ ਨੂੰ 6.5 ਸਾਲ ਦੀ ਕੈਦ ਅਤੇ ਮਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਜੱਜ ਨੇ ਕਿਹਾ ਕਿ ਸਜ਼ਾ ਦੇਣਾ ਖਾਸ ਤੌਰ ਤੇ ਮੁਸ਼ਕਲ ਸੀ ਕਿਉਂਕਿ ਇਹ ਲਾਜ਼ਮੀ ਤੌਰ ਤੇ ਤੁਹਾਡੀ ਧੀ ਦੇ ਦੁੱਖ ਅਤੇ ਦੁੱਖ ਵਿੱਚ ਯੋਗਦਾਨ ਪਾਵੇਗਾ। ਜੱਜ ਬਲੈਕ ਨੇ ਕਿਹਾ ਕਿ ਨਾ ਤਾਂ ਮਾਤਾ-ਪਿਤਾ ਨੇ ਕੋਈ ਪਛਤਾਵਾ ਜ਼ਾਹਰ ਕੀਤਾ, ਨਾ ਹੀ ਮੰਨਿਆ ਕਿ ਉਹਨਾਂ ਨੇ ਕੁਝ ਗਲਤ ਕੀਤਾ ਹੈ, ਜਦੋਂ ਕਿ ਉਹਨਾਂ ਦੇ ਅਪਰਾਧ ਇੰਨੇ ਗੰਭੀਰ ਸਨ ਕਿ ਉਹਨਾਂ ਨੂੰ ਤੁਰੰਤ ਜੇਲ੍ਹ ਦੀ ਸਜ਼ਾ ਦੇਣਾ ਸਹੀ ਸੀ। ਹਾਲਾਂਕਿ ਜੱਜ ਲਿੰਡਾ ਨੇ ਇਹ ਵੀ ਕਿਹਾ ਕਿ ਲੜਕੀ ਨੇ ਵੀ ਪੱਤਰ ਲਿਖ ਕੇ ਆਪਣੇ ਮਾਪਿਆਂ ਨੂੰ ਸਜ਼ਾ ਨਾ ਦੇਣ ਦੀ ਅਪੀਲ ਕੀਤੀ ਸੀ, ਪਰ ਉਹ ਸਖਤ ਫੈਸਲਾ ਲੈਣ ਲਈ ਮਜਬੂਰ ਨੇ। ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਮੌਸਮ ਵਿੱਚ ਲਗਾਤਾਰ ਆ ਰਹੀ ਤਬਦੀਲੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਕੁਈਨਜ਼ਲੈਂਡ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਾਲੀ ਸਥਿਤੀ ਬਣਨ ਦੀ ਮੌਸਮ ਬਿਊਰੋ ਨੇ ਸੰਭਾਵਨਾ ਜਤਾਈ ਹੈ। ਬਿਊਰੋ ਦਾ ਅੰਦਾਜ਼ਾ ਹੈ ਕਿ ਅਗਲੇ ਕੁਝ ਹੋਰ ਦਿਨਾਂ ਤੱਕ ਮੌਸਮ ਦਾ ਰੁਖ ਅਚਾਨਕ ਬਦਲਦਾ ਰਹੇਗਾ ਤੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਆਸਟ੍ਰੇਲੀਆ ਦੇ ਕੁਝ ਸੂਬਿਆਂ ਵਿੱਚ ਇਹਨਾਂ ਦਿਨੀ ਲੋਕਾਂ ਨੂੰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਮੌਸਮ ਮਾਹਿਰਾਂ ਅਨੁਸਾਰ ਬੀਤੇ ਦਿਨ ਆਏ ਤੂਫਾਨ ਨੇ ਚੱਕਰਵਾਤੀ ਤੂਫਾਨ ਤੋਂ ਵੀ ਜ਼ਿਆਦਾ ਤਬਾਹੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਸ ਤੂਫਾਨ ਕਾਰਨ 1 ਮੀਟਰ ਤੱਕ ਮੀਂਹ ਪੈਣ ਕਾਰਨ ਉੱਤਰੀ ਕੁਈਨਜ਼ਲੈਂਡ ਦੇ ਕੁਝ ਇਲਾਕਿਆਂ ਵਿੱਚ ਹਾਲਾਤ ਹੜ੍ਹ ਵਾਲੇ ਬਣ ਚੁੱਕੇ ਨੇ। ਮੌਸਮ ਵਿਗਿਆਨ ਬਿਊਰੋ ਅਨੁਸਾਰ ਉੱਤਰੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਅੱਗੇ ਵਧ ਰਿਹਾ ਹੈ। ਬਿਊਰੋ ਨੇ ਸ਼ੁੱਕਰਵਾਰ ਨੂੰ ਆਇਰ ਟਾਊਨਸਵਿਲੇ ਅਤੇ ਟੂਲੀ ਦੇ ਉੱਤਰ ਵਿੱਚ ਰਹਿਣ ਵਾਲੇ ਹਜ਼ਾਰਾਂ ਕੁਈਨਜ਼ਲੈਂਡ ਵਾਸੀਆਂ ਲਈ ਇੱਕ ਗੰਭੀਰ ਮੌਸਮ ਚੇਤਾਵਨੀ ਜਾਰੀ ਕੀਤੀ। ਉਹਨਾਂ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਵੱਖ-ਵੱਖ ਥਾਵਾਂ ਤੇ 500 ਮਿਲੀਮੀਟਰ ਤੱਕ ਅਤੇ ਰੋਜ਼ਾਨਾ ਕੁੱਲ 300 ਮਿਲੀਮੀਟਰ ਤੱਕ ਦੀ ਬਾਰਿਸ਼ ਲਈ ਤਿਆਰ ਰਹਿਣ, ਕਿਉਂਕਿ ਇੱਕ ਆਫਸ਼ੋਰ ਗਰਮਖੰਡੀ ਘੱਟ ਦਬਾਅ ਹਫ਼ਤੇ ਦੇ ਅੰਤ ਵਿੱਚ ਦੱਖਣ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਇਹ ਰਾਜ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਆਇਆ ਹੈ। ਸੋਮਵਾਰ ਸਵੇਰੇ 9 ਵਜੇ ਤੋਂ ਮਾਊਂਟ ਸੋਫੀਆ ਵਿੱਚ 925 ਮਿਲੀਮੀਟਰ
ਅਤੇ ਕਲਾਈਡ ਰੋਡ ਵਿਖੇ 825 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਵਿਗਿਆਨ ਬਿਊਰੋ ਦੇ ਸੀਨੀਅਰ ਮੌਸਮ ਵਿਗਿਆਨੀ ਡੀਨ ਨੈਰਾਮੋਰ ਨੇ ਕਿਹਾ ਕਿ ਇਹ ਭਵਿੱਖਬਾਣੀ ਨਿਵਾਸੀਆਂ ਲਈ ਬਹੁਤ ਚਿੰਤਾ ਵਾਲੀ ਹੋ ਸਕਦੀ ਹੈ। ਰਾਜ ਦੇ ਮੀਂਹ ਵਾਲੇ ਹਿੱਸਿਆਂ ਵਿੱਚ ਅਗਲੇ ਹਫ਼ਤੇ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਬਾਰਿਸ਼ ਕਾਰਨ ਇਸ ਹਫ਼ਤੇ ਦੇ ਅੰਤ ਅਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸੰਭਾਵਤ ਤੌਰ ਤੇ ਕੁਝ ਮਹੱਤਵਪੂਰਨ ਹੜ੍ਹਾਂ ਦਾ ਪ੍ਰਭਾਵ ਬਣਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੇਚਮੈਂਟ ਹੁਣ ਗਿੱਲੇ ਅਤੇ ਸੰਤ੍ਰਿਪਤ ਹਨ। ਸਾਡੇ ਕੋਲ ਇਸ ਸਮੇਂ ਕੇਅਨਸ ਤੇ ਮੈਕੇ ਤੱਕ ਹੜ੍ਹਾਂ ਦੀਆਂ ਚੇਤਾਵਨੀਆਂ ਨੇ। ਇਨਿਸਫੈਲ ਤੋਂ ਟੂਲੀ ਤੱਕ ਦੇ ਖੇਤਰਾਂ ਅਤੇ ਆਇਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇਹ ਮੀਂਹ ਨਾ ਸਿਰਫ ਅਚਾਨਕ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ, ਸਗੋਂ ਨਦੀਆਂ ਦਾ ਪੱਧਰ ਵੀ ਵਧਾ ਸਕਦਾ ਹੈ। ਇਸ ਤੋਂ ਇਲਾਵਾ ਭਾਰੀ ਬਾਰਿਸ਼ਾਂ ਦੇ ਅੰਤ ਵਿੱਚ ਫਲੈਸ਼ ਫਲੱਡ ਦਾ ਵੀ ਇੱਕ ਬਹੁਤ ਤੇਜ਼ ਵਹਾਅ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਾਇਰਮੋਰ ਨੇ ਕਿਹਾ ਕਿ ਇੱਕ ਗਰਮ ਚੱਕਰਵਾਤ ਬਣਨ ਦਾ ਖਤਰਾ ਪਹਿਲਾਂ ਘਟ ਗਿਆ ਸੀ, ਪਰ ਹੁਣ ਲੰਮੇ ਸਮੇਂ ਲਈ ਭਾਰੀ ਬਾਰਿਸ਼ ਦੀ ਮੌਜੂਦਾ ਭਵਿੱਖਬਾਣੀ ਨੇ ਹੋਰ ਵੀ ਵੱਡਾ ਜ਼ੋਖਮ ਪੇਸ਼ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਤੱਟ ਦੇ ਨੇੜੇ ਸਥਿਤ ਗਰਮ ਖੰਡੀ ਘੱਟ ਦਬਾਅ ਜੋ ਇੰਨੀ ਜ਼ਿਆਦਾ ਬਾਰਿਸ਼ ਲਿਆ ਰਿਹਾ ਹੈ, ਅਸਲ ਵਿੱਚ ਮਾਨਸੂਨ ਦੇ ਘੱਟ ਦਬਾਅ ਨੂੰ ਖਿੱਚ ਰਿਹਾ ਹੈ। ਮੌਸਮ ਮਾਹਿਰ ਨੇ ਕਿਹਾ ਕਿ ਘੱਟ ਦਬਾਅ ਅਗਲੇ ਹਫ਼ਤੇ ਦੇ ਮੱਧ ਵਿੱਚ ਅੰਦਰ ਵੱਲ ਵਧਣਾ ਸ਼ੁਰੂ ਹੋ ਜਾਵੇਗਾ, ਜਿਸ ਨਾਲ ਉੱਤਰੀ ਕੁਇਨਜ਼ਲੈਂਡ, ਖਾੜੀ, ਪ੍ਰਾਇਦੀਪ ਅਤੇ ਅੰਦਰੂਨੀ ਖੇਤਰਾਂ ਵਿੱਚ ਵਿਆਪਕ ਮੀਂਹ ਅਤੇ ਤੂਫਾਨ ਆਉਣਗੇ। ਵਾਈਟ ਸਟੇ, ਬ੍ਰੈਡਿਕਨ ਖੇਤਰ, ਪ੍ਰੋਸਪਾਈਨ, ਬੋਵੇਨ ਅਤੇ ਮੈਕਕੇ ਦੇ ਉੱਤਰ ਵੱਲ ਸਭ ਤੋਂ ਭਾਰੀ ਮੀਂਹ ਹੋਣ ਦੀ ਸੰਭਾਵਨਾ ਬਣ ਰਹੀ ਹੈ। ਉੱਤਰੀ ਖੰਡੀ ਤੱਟ ਅਤੇ ਕੇਂਦਰੀ ਤੱਟ ਦੇ ਕੁਝ ਹਿੱਸਿਆਂ ਲਈ ਹੜ੍ਹ ਦੀ ਚੇਤਾਵਨੀ ਹੈ। ਕੁਇਨਜ਼ਲੈਂਡ ਦੀਆਂ ਰਾਜ ਐਮਰਜੈਂਸੀ ਸੇਵਾਵਾਂ ਨੂੰ ਵੀਰਵਾਰ ਤੋਂ ਘੱਟੋ-ਘੱਟ 38 ਕਾਲਾਂ ਪ੍ਰਾਪਤ ਹੋਈਆਂ, ਜਿਸ ਵਿੱਚ ਛੱਤਾਂ ਲੀਕ ਹੋਣਾ, ਹੜ੍ਹ ਆਉਣ ਅਤੇ ਰੇਤ ਦੇ ਥੈਲਿਆਂ ਅਤੇ ਡਿੱਗੇ ਦਰਖਤਾਂ ਲਈ ਬੇਨਤੀਆਂ ਸ਼ਾਮਲ ਨੇ। ਇਹ ਉਦੋਂ ਆਇਆ ਜਦੋਂ ਸ਼ੁੱਕਰਵਾਰ ਨੂੰ ਪੱਛਮੀ ਨਿਊ ਸਾਊਥ ਵੇਲਜ਼, ਦੱਖਣੀ ਪੱਛਮੀ ਕੁਇਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਲਈ ਹੀਟ ਵੇਵ ਚੇਤਾਵਨੀਆਂ ਜਾਰੀ ਸਨ। ਉਧਰ ਬਿਊਰੋ ਦਾ ਅੰਦਾਜ਼ਾ ਹੈ ਕਿ ਐਤਵਾਰ ਤੱਕ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਅਤੇ ਮੈਲਬੌਰਨ, ਐਡੀਲੇਡ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 30 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਨਿਊ ਸਾਊਥ ਵੇਲਜ਼ ਦੇ ਦੱਖਣੀ ਖੇਤਰਾਂ ਵਿੱਚ ਵੀ ਹੀਟ ਵੇਵ ਦੇ ਹਾਲਾਤ ਦੁਬਾਰਾ ਪੈਦਾ ਹੋਣਗੇ। ਇਸ ਬੁਲੇਟਿਨ 'ਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਆਵਾਂਗੇ। ਆਗਿਆ ਦਿਓ। ਧੰਨਵਾਦ।